ਦੋਸਤੋ, ਇੱਕ ਅਜਿਹੀ ਰਚਨਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਜੋ ਤੁਹਾਨੂੰ ਪੂਰੀ ਤਰ੍ਹਾਂ ਚੜ੍ਹਦੀ ਕਲਾ ਵਿੱਚ ਲੈ ਕੇ ਜਾਣ ਦੇ ਸਮਰੱਥ ਹੈ। ਰਚਨਾ ਹੈ ਜੋ ਨੀਵੇਂ ਉੱਡਦੇ ਨੇ ਸ਼ਾਹਬਾਜ਼ ਨਹੀਂ ਹੁੰਦੇ। ਜ਼ਿੰਦਗੀ ਇੱਕ ਵਗਦਾ ਹੋਇਆ ਦਰਿਆ ਹੈ, ਖੂਬਸੂਰਤ ਉੱਚੀਆਂ ਨੀਵੀਆਂ ਲਹਿਰਾਂ ਦਾ ਮਿਸ਼ਰਣ। ਕਿੰਨੀ ਮਿੱਠੀ, ਹੁਸੀਨ ਤੇ ਰੰਗ ਰੰਗੀਲੀ ਦੁਨੀਆ ਹੈ ਇਹ ਜ਼ਿੰਦਗੀ ਇੱਕ ਸੁਹਾਵਣਾ ਸਫ਼ਰ ਹੈ, ਲੰਮੀਆਂ ਵਾਟਾਂ ਨੂੰ ਮਕਾਉਣ ਦਾ ਤੇ ਮੰਜ਼ਿਲ ਨੂੰ ਪਾਉਣ ਦਾ। ਜ਼ਿੰਦਗੀ ਜਿਉਂ ਨਹੀਂ ਜਾਂਦੀ, ਜ਼ਿੰਦਗੀ ਤਾਂ ਮਾਣੀ ਜਾਂਦੀ ਹੈ, ਲੁਤਫ ਨਾਲ, ਚਾਅ ਨਾਲ ਤੇ ਮੌਜਾਂ ਨਾਲ ਬੁੱਲੇ ਲੁੱਟਦੇ ਹੋਏ। ਅਰਮਾਨਾਂ, ਉਮੰਗਾਂ, ਖਾਹਿਸ਼ਾਂ, ਸਧਰਾਂ, ਸੁਪਨਿਆਂ ਅਤੇ ਆਸ਼ਾਵਾਂ ਵਿੱਚ ਭਿੱਜੀ ਇੱਕ ਫੁੱਲਾਂ ਭਰੀ ਚੰਗੇਰ ਹੀ ਤਾਂ ਹੁੰਦੀ ਹੈ ਜ਼ਿੰਦਗੀ। ਨਿੱਤ ਦਿਹਾੜੇ ਕੁਝ ਨਵਾਂ ਸੋਚਣ, ਕੁਝ ਨਵਾਂ ਕਰਨ ਤੇ ਕੁਝ ਨਵਾਂ ਪਾਉਣ ਦੀ ਤਾਂਘ। ਜ਼ਿੰਦਗੀ ਨਾ ਹੈ ਪ੍ਰੇਮੀ ਦੀ ਆਗੋਸ਼ ਵਿੱਚ ਬੈਠ ਕੇ ਲੋਕ ਪਰਲੋਕ ਦੇ ਝਗੜਿਆਂ ਝਮੇਲਿਆਂ ਤੋਂ ਮੁਕਤ ਹੋ ਜਾਣ ਦਾ। ਜ਼ਿੰਦਗੀ ਤਾਂ ਠਾਠਾਂ ਮਾਰਦੀ ਕਿਸੇ ਜੋਬਨਮਤੀ ਮੁਟਿਆਰ ਦਾ ਡੁੱਲ ਡੁੱਲ ਪੈਂਦਾ ਹਾਸਾ ਹੁੰਦੀ ਹੈ। ਜ਼ਿੰਦਗੀ ਦੋ ਸਾਹਾਂ ਦੀ ਧੜਕਣ ਦੇ ਇੱਕ ਸੁਰ ਹੋਣ ਤੇ ਨਿਕਲਿਆ ਫਿਜ਼ਾਵਾਂ ਵਿੱਚ ਰਸ ਘੋਲਣ ਵਾਲਾ ਇੱਕ ਮਿੱਠਾ ਤਰਾਨਾ ਹੁੰਦੀ ਹੈ। ਤੇ ਜ਼ਿੰਦਗੀ ਮਾਨਣੀ ਕਿਸੇ ਵਿਰਲੇ ਨੂੰ ਹੀ ਆਉਂਦੀ ਹੈ। ਜੀਵਨ ਦੇ ਵਿੱਚ ਤਾਰਿਆਂ ਨਾਲ ਬਾਤਾਂ ਪਾਉਣ ਅਤੇ ਚੰਦ ਦੇ ਨਾਲ ਕਰੋਲਾਂ ਕਰਨ ਵਾਲੇ ਵਿਅਕਤੀ ਹੀ ਜੀਵਨ ਦੇ ਅਸੀਮ ਆਨੰਦ ਸਾਗਰ ਵਿੱਚ ਚੁੱਭੀਆਂ ਲਾਉਂਦੇ ਹਨ। ਅਜਿਹੇ ਵਿਅਕਤੀ ਹਰ ਪਲ ਬੁਲੰਦੀਆਂ ਨੂੰ ਛੂਹਣ ਦੀ ਕਾਮਨਾ ਕਰਦੇ ਹਨ ਅਤੇ ਇਸ ਮੰਤਵ ਦੀ ਪੂਰਤੀ ਲਈ ਅਣਥੱਕ, ਬੇਰੋਕ ਅਤੇ ਨਿਰੰਤਰ ਯਤਨ ਕਰਦੇ ਹਨ। ਉਹਨਾਂ ਦੇ ਸ਼ਬਦਕੋਸ਼ ਵਿੱਚ ਜ਼ਿੰਦਗੀ ਦੇ ਮਾਣੇ ਲਗਾਤਾਰ ਜੂਝਣਾ ਅਤੇ ਸੰਘਰਸ਼ ਕਰਨਾ ਹੈ। ਕਿਸੇ ਮਜਬੂਰੀ, ਤੰਗੀ ਜਾਂ ਤਕਲੀਫ ਕਰਕੇ ਨਹੀਂ, ਬਲਕਿ ਜ਼ਿੰਦਗੀ ਦੇ ਗੁੱਝੇ ਅਰਥਾਂ ਦਾ ਭੇਦ ਪਾਉਂਦੇ ਹੋਏ ਇਸ ਸੰਘਰਸ਼ ਵਿੱਚੋਂ ਆਨੰਦ ਦੀ ਚਰਮ ਸੀਮਾ ਨੂੰ ਪ੍ਰਾਪਤ ਕਰਦੇ ਹੋਏ ਜੇਤੂ ਰਾਹਾਂ ਦਾ ਪਾਂਧੀ ਬਣਨ ਲਈ ਉਹ ਨਿੱਤ ਸੁਪਨੇ ਸਿਰਜਦੇ ਹਨ ਅਤੇ ਉਹਨਾਂ ਵਿੱਚੋਂ ਕੁਝ ਝੜ ਜਾਂਦੇ ਹਨ। ਪਰੰਤੂ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਵਿਅਕਤੀ ਇਹਨਾਂ ਸੁਪਨਿਆਂ ਦੇ ਟੁੱਟਣ ਦੀ ਕੋਈ ਪਰਵਾਹ ਨਹੀਂ ਕਰਦੇ, ਬਲਕਿ ਜੇ ਉਹਨਾਂ ਦਾ ਇੱਕ ਸੁਪਨਾ ਟੁੱਟਦਾ ਹੈ ਤਾਂ ਉਹ ਦੋ ਨਵੇਂ ਸਿਰਜ ਲੈਂਦੇ ਹਨ। ਅਜਿਹੇ ਵਿਅਕਤੀਆਂ ਦੇ ਮਨ ਅੰਦਰ ਹੌਸਲੇ, ਖੁਸ਼ੀਆਂ, ਖੇੜਿਆਂ, ਚਾਵਾਂ ਅਤੇ ਮਲਾਰਾਂ ਦਾ ਸਮੁੰਦਰ ਠਾਠਾਂ ਮਾਰਦਾ ਹੁੰਦਾ ਹੈ। ਇਹ ਉਹ ਵਿਅਕਤੀ ਹੁੰਦੇ ਹਨ ਜਿਨ੍ਹਾਂ ਦਾ ਨਾਮ ਸਮਾਜ ਦੇ ਸ਼ਬਦਕੋਸ਼ ਵਿੱਚ ਸੁਨਹਿਰੀ ਅੱਖਰਾਂ ਵਿੱਚ ਅੰਕਿਤ ਹੁੰਦਾ ਹੈ। ਯਾਦ ਰੱਖੋ, ਜੇਤੂ ਉਹ ਹੁੰਦਾ ਹੈ ਜੋ ਆਪਣੀ ਪ੍ਰਤਿਭਾ ਦੀ ਪਹਿਚਾਣ ਕਰਦਾ ਹੈ, ਇਸ ਪ੍ਰਤਿਭਾ ਨੂੰ ਕੁਸ਼ਲਤਾ ਵਿੱਚ ਬਦਲਣ ਲਈ ਸਖਤ ਮਿਹਨਤ ਕਰਦਾ ਹੈ ਅਤੇ ਇਸ ਕੁਸ਼ਲਤਾ ਦੀ ਵਰਤੋਂ ਆਪਣੇ ਉਦੇਸ਼ਾਂ ਦੀ ਪੂਰਤੀ ਲਈ ਕਰਦਾ ਹੈ। ਸਫਲਤਾ ਕਦੇ ਵੀ ਥਾਲੀ ਵਿੱਚ ਪਰੋਸ ਕੇ ਨਹੀਂ ਮਿਲਦੀ, ਬਲਕਿ ਸਫਲਤਾ ਤਾਂ ਪ੍ਰਾਪਤ ਕੀਤੀ ਜਾਂਦੀ ਹੈ। ਜੀਵਨ ਦੀਆਂ ਰਾਹਾਂ ਵਿੱਚ ਥੱਕੇ, ਟੁੱਟੇ ਤੇ ਹੰਭੇ ਹਾਰੇ ਲੋਕ ਸਫਲ ਹੋਣ ਦਾ ਕਦੇ ਸੁਪਨਾ ਵੀ ਨਹੀਂ ਲੈ ਸਕਦੇ। ਇਹ ਤਾਂ ਸਿਰਫ ਉਹਨਾਂ ਲੋਕਾਂ ਦਾ ਹੀ ਨਸੀਬ ਬਣਦੀ ਹੈ ਜਿਹੜੇ ਆਪਣੇ ਆਪ ਨੂੰ ਸਫਲਤਾ ਦੀਆਂ ਰਾਹਾਂ ਪ੍ਰਤੀ ਸਮਰਪਿਤ ਕਰ ਦਿੰਦੇ ਹਨ। ਇਹ ਉਹ ਲੋਕ ਹੁੰਦੇ ਹਨ ਜਿਨ੍ਹਾਂ ਵਿੱਚ ਸਵੈ ਪ੍ਰੇਰਨਾ ਦਾ ਹੜ੍ਹ ਆਇਆ ਹੁੰਦਾ ਹੈ। ਇਹ ਤਕਦੀਰ ਦੇ ਹੱਥਾਂ ਦੀ ਕਠਪੁਤਲੀ ਨਹੀਂ ਬਣਦੇ, ਸਗੋਂ ਇਹ ਇਸ ਵਿਸ਼ਵਾਸ ਦੇ ਮਾਲਕ ਹੁੰਦੇ ਹਨ ਕਿ ਤਕਦੀਰ ਇਹਨਾਂ ਦੇ ਹੱਥਾਂ ਦੀ ਕਠਪੁਤਲੀ ਹੈ। ਇਹ ਉੱਚਾ ਸੋਚਦੇ ਹਨ ਅਤੇ ਉੱਚਾ ਬਣਦੇ ਹਨ। ਇਹ ਕਿਸੇ ਕਿਸਮ ਦੀਆਂ ਬੈਸਾਖੀਆਂ ਦੀ ਲੋੜ ਨਹੀਂ ਸਮਝਦੇ। ਇਹ ਹਵਾਵਾਂ ਦੇ ਨਾਲ ਚੱਲਣ ਦਾ ਸੁਭਾਅ ਨਹੀਂ ਰੱਖਦੇ, ਬਲਕਿ ਇਹਨਾਂ ਦੀ ਸੋਚ ਉੱਪਰ ਤਾਂ ਇਹ ਸਿਧਾਂਤ ਭਾਰੂ ਹੁੰਦਾ ਹੈ ਕਿ ਗੁੱਡੀਆਂ ਹਮੇਸ਼ਾ ਹਵਾ ਦੇ ਵਿਰੁੱਧ ਉੱਡਦੀਆਂ ਹਨ। ਇਹਨਾਂ ਨੂੰ ਪਤਾ ਹੁੰਦਾ ਹੈ ਕਿ ਨੀਵਾਂ ਉੱਡਣ ਵਾਲੇ ਕਦੇ ਵੀ ਸ਼ਾਹਬਾਜ਼ ਨਹੀਂ ਹੁੰਦੇ। ਇਸੇ ਲਈ ਮੇਰੇ ਸ਼ਾਇਰ ਮਿੱਤਰ ਸਵਰਗਵਾਸੀ ਡਾਕਟਰ ਚਰਨ ਸਿੰਘ ਗਿੱਲ ਇੱਕ ਜਗ੍ਹਾ ਲਿਖਦੇ ਨੇ, ਰਿਸ਼ਤੇ ਤਾਂ ਸ਼ਬਦਾਂ ਦੇ ਮੁਹਤਾਜ ਨਹੀਂ ਹੁੰਦੇ, ਰੂਹਾਂ ਦੀ ਭਾਸ਼ਾ ਦੇ ਅਲਫਾਜ਼ ਨਹੀਂ ਹੁੰਦੇ। ਉੱਚੇ ਤਾਂ ਉੱਚੇ ਨੇ, ਉੱਚੇ ਹੀ ਉੱਡਦੇ ਨੇ, ਜੋ ਨੀਵੇਂ ਉੱਡਦੇ ਨੇ ਸ਼ਾਹਬਾਜ਼ ਨਹੀਂ ਹੁੰਦੇ। ਤੁਹਾਡੇ ਅੰਦਰ ਕਾਬਲੀਅਤ ਦਾ ਹੋਣਾ ਹੀ ਕਾਫੀ ਨਹੀਂ, ਬਲਕਿ ਕਾਬਲੀਅਤ ਨੂੰ ਪ੍ਰਾਪਤ ਕਰਨਾ ਅਤੇ ਵਰਤਣਾ ਤੁਹਾਡੇ ਨਿਸ਼ਾਨੇ ਪ੍ਰਾਪਤ ਕਰਨ ਲਈ ਮਹੱਤਵਪੂਰਨ ਹੁੰਦਾ ਹੈ। ਨਿਸ਼ਾਨੇ ਇਹ ਨਿਰਧਾਰਤ ਕਰਦੇ ਹਨ ਕਿ ਤੁਸੀਂ ਕੀ ਬਣਨ ਜਾ ਰਹੇ ਹੋ। ਨਿਸ਼ਾਨੇ ਤੁਹਾਨੂੰ ਜੀਵਨ ਵਿੱਚ ਮਕਸਦ ਪ੍ਰਦਾਨ ਕਰਦੇ ਹਨ ਅਤੇ ਛੇਤੀ ਉੱਠਣ ਅਤੇ ਦੇਰ ਨਾਲ ਸੌਣ ਦਾ ਕਾਰਨ ਦੱਸਦੇ ਹਨ। ਪਰੰਤੂ ਨਿਸ਼ਾਨੇ ਅਜਿਹੇ ਹੋਣੇ ਚਾਹੀਦੇ ਹਨ ਜੋ ਤੁਸੀਂ ਸੱਚਮੁੱਚ ਪ੍ਰਾਪਤ ਕਰਨਾ ਚਾਹੁੰਦੇ ਹੋ। ਅਜਿਹੇ ਨਹੀਂ ਹੋਣੇ ਚਾਹੀਦੇ ਜੋ ਤੁਹਾਨੂੰ ਚੰਗੇ ਲੱਗਦੇ ਹਨ। ਤੁਹਾਡੇ ਉਦੇਸ਼, ਤੁਹਾਡੀਆਂ ਕਦਰਾਂ ਕੀਮਤਾਂ, ਸੁਭਾਅ ਅਤੇ ਦਿਸ਼ਾਵਾਂ ਨਾਲ ਮੇਲ ਖਾਣੇ ਚਾਹੀਦੇ ਹਨ। ਕਈ ਵਾਰ
ਕੁਝ ਵਿਅਕਤੀ ਅਜਿਹੇ ਨਿਸ਼ਾਨੇ ਨਿਰਧਾਰਿਤ ਕਰ ਲੈਂਦੇ ਹਨ ਜੋ ਬਹੁਤ ਖੂਬਸੂਰਤ ਅਤੇ ਦਿਲ ਖਿੱਚਵੇਂ ਤਾਂ ਹੁੰਦੇ ਹਨ, ਪਰ ਇਹ ਦਿਲ ਦੇ ਨੇੜੇ ਨਹੀਂ ਹੁੰਦੇ। ਜਿਤਨਾ ਚਿਰ ਤੁਹਾਡਾ ਦਿਲ ਗਵਾਹੀ ਨਹੀਂ ਭਰਦਾ, ਤੁਸੀਂ ਕੋਈ ਵੀ ਪ੍ਰਾਪਤੀ ਨਹੀਂ ਕਰ ਸਕਦੇ। ਅਤੇ ਜੇਕਰ ਤੁਹਾਡਾ ਦਿਲ ਇੱਕ ਵਾਰ ਬੋਲੀ ਬੋਲ ਦੇਵੇ ਤਾਂ ਤੁਸੀਂ ਜਿੱਤ ਦੇ ਮਾਰਗ ਤੇ ਤੁਰ ਪੈਂਦੇ ਹੋ। ਤੁਸੀਂ ਇਸ ਗੱਲ ਪ੍ਰਤੀ ਪੂਰੀ ਤਰ੍ਹਾਂ ਸਪਸ਼ਟ ਹੋਣੇ ਚਾਹੀਦੇ ਹੋ ਕਿ ਤੁਸੀਂ ਕੀ ਪ੍ਰਾਪਤ ਕਰਨਾ ਚਾਹੁੰਦੇ ਹੋ, ਬਜਾਏ ਇਸ ਦੇ ਕਿ ਤੁਸੀਂ ਵੀ ਉਹੀ ਕੁਝ ਕਰੀ ਜਾਵੋ ਜੋ ਹਰ ਕੋਈ ਕਰ ਰਿਹਾ ਹੈ। ਤੁਹਾਡਾ ਤੀਰ ਚੰਦ ਵੱਲ ਸੇਧਿਆ ਹੋਣਾ ਚਾਹੀਦਾ ਹੈ, ਅਤੇ ਜੇਕਰ ਤੁਸੀਂ ਕਦੇ ਖੁੰਝ ਵੀ ਗਏ ਤਾਂ ਇਹ ਕਿਸੇ ਨਾ ਕਿਸੇ ਤਾਰੇ ਤੇ ਅਵੱਸ਼ ਪਹੁੰਚ ਜਾਵੇਗਾ। ਨਿਸ਼ਾਨੇ ਉੱਚੇ ਮਿਥਣੇ ਚਾਹੀਦੇ ਹਨ ਜੋ ਤੁਹਾਨੂੰ ਚੁਣੌਤੀ ਦਿੰਦੇ ਹੋਣ। ਜੇਕਰ ਤੁਸੀਂ ਆਪਣੇ ਆਪ ਨੂੰ ਆਪਣੀਆਂ ਮੌਜੂਦਾ ਸੀਮਾਵਾਂ ਤੋਂ ਅੱਗੇ ਨਹੀਂ ਦੇਖਦੇ ਤਾਂ ਤੁਸੀਂ ਕੁਝ ਵੀ ਨਹੀਂ ਪ੍ਰਾਪਤ ਕਰ ਸਕਦੇ। ਤੁਹਾਡੇ ਨਿਸ਼ਾਨੇ ਤੁਹਾਡੇ ਪਰਿਵਾਰ, ਪਤਨੀ, ਬੱਚੇ ਅਤੇ ਦੋਸਤ ਮਿੱਤਰਾਂ ਨਾਲ ਸਾਂਝੇ ਹੋਣੇ ਚਾਹੀਦੇ ਹਨ, ਕਿਉਂਕਿ ਇਹ ਗੱਲ ਯਕੀਨੀ ਹੈ ਕਿ ਇਹਨਾਂ ਦੀ ਪ੍ਰਾਪਤੀ ਲਈ ਤੁਹਾਨੂੰ ਕਿਸੇ ਨਾ ਕਿਸੇ ਰੂਪ ਵਿੱਚ ਦੂਸਰਿਆਂ ਦੀ ਸਹਾਇਤਾ ਅਵੱਸ਼ ਲੈਣੀ ਪਏਗੀ। ਇਹ ਸਹਾਇਤਾ ਤੁਹਾਨੂੰ ਤਦ ਹੀ ਮਿਲੇਗੀ ਜਦ ਤੁਹਾਡਾ ਇਹ ਵਿਸ਼ਵਾਸ ਹੋਵੇਗਾ ਕਿ ਜੇਕਰ ਮੈਂ ਜਿੱਤਦਾ ਹਾਂ ਤੁਸੀਂ ਜਿੱਤਦੇ ਹੋ, ਅਤੇ ਜੇਕਰ ਤੁਸੀਂ ਜਿੱਤਦੇ ਹੋ ਤਾਂ ਮੈਂ ਜਿੱਤਦਾ ਹਾਂ। ਅਜਿਹਾ ਸਿਧਾਂਤ ਹੀ ਤੁਹਾਡੇ ਪਰਿਵਾਰਕ ਅਤੇ ਸੰਸਥਾਗਤ ਸੰਗਠਨ ਨੂੰ ਸੰਤੁਲਿਤ ਪ੍ਰਾਪਤ ਕਰੇਗਾ। ਇਹ ਗੱਲ ਵੀ ਯਾਦ ਰੱਖਣ ਯੋਗ ਹੈ ਕਿ ਆਪਣੇ ਨਿਸ਼ਾਨੇ ਇਸ ਤਰ੍ਹਾਂ ਨਾਲ ਨਿਰਧਾਰਿਤ ਕਰੋ ਕਿ ਉਹ ਕਿਸੇ ਨਾ ਕਿਸੇ ਰੂਪ ਵਿੱਚ ਤੁਹਾਡੇ ਪਰਿਵਾਰਕ ਢਾਂਚੇ ਅਤੇ ਸੰਗਠਨ ਢਾਂਚੇ ਨਾਲ ਮੇਲ ਖਾਂਦੇ ਹੋਣ। ਯਾਦ ਰੱਖੋ, ਤੁਹਾਡੀ ਰਾਹ ਵਿਕਾਸ ਵਾਲੀ ਹੋਣੀ ਚਾਹੀਦੀ ਹੈ, ਬਗਾਵਤ ਵਾਲੀ ਨਹੀਂ। ਜੇਕਰ ਤੁਹਾਡੀ ਸੋਚ ਕਿਧਰੇ ਤੁਹਾਡੇ ਸੰਗਠਨ ਨਾਲ ਮੇਲ ਵੀ ਨਹੀਂ ਖਾਂਦੀ, ਤਦ ਵੀ ਤੁਹਾਡੀ ਪਹੁੰਚ ਉਸ ਸੰਗਠਨ ਨੂੰ ਨਾਲ ਲੈ ਕੇ ਚੱਲਣ ਵਾਲੀ ਹੋਣੀ ਚਾਹੀਦੀ ਹੈ। ਜਦੋਂ ਤੁਹਾਡੀਆਂ ਪੁਲਾਂਘਾਂ ਠੀਕ ਹੋਣਗੀਆਂ ਤਾਂ ਸੰਗਠਨ ਆਪਣੇ ਆਪ ਤੁਹਾਡੇ ਨਾਲ ਤੁਰ ਪਵੇਗਾ। ਇਹ ਗੱਲ ਦਿਮਾਗ ਵਿੱਚ ਰੱਖੋ ਕਿ ਜੇਕਰ ਤੁਹਾਨੂੰ ਆਪਣੇ ਨਿਸ਼ਾਨੇ ਪ੍ਰਾਪਤ ਕਰਨ ਪ੍ਰਤੀ ਸ਼ੁਦਾ ਹੈ ਤਾਂ ਤੁਸੀਂ ਇਸ ਨੂੰ ਜ਼ਰੂਰ ਪ੍ਰਾਪਤ ਕਰ ਲਵੋਗੇ। ਇਹ ਹੋ ਸਕਦਾ ਹੈ ਕਿ ਹਾਲਾਤ ਤੁਹਾਡੇ ਲਈ ਸਮੱਸਿਆਵਾਂ ਤੇ ਰੁਕਾਵਟਾਂ ਖੜੀਆਂ ਕਰ ਦੇਣ, ਪਰੰਤੂ ਤੁਹਾਨੂੰ ਦਰਿਆ ਵਾਲਾ ਸੁਭਾਅ ਰੱਖਦੇ ਹੋਏ ਨਿਰੰਤਰ ਵਹਿੰਦੇ ਹੀ ਰਹਿਣਾ ਹੋਵੇਗਾ। ਸਫਲਤਾ ਦੀ ਸੜਕ ਉੱਤੇ ਚੱਲਦੇ ਹੋਏ ਹਰ ਮੀਲ ਪੱਥਰ ਦਾ ਆਨੰਦ ਮਾਣੋ, ਕਿਉਂਕਿ ਤੁਹਾਡੀ ਤਰੱਕੀ ਨੂੰ ਦਰਸਾਉਂਦਾ ਹੈ। ਆਪਣੀਆਂ ਮੁਸ਼ਕਲਾਂ ਅਤੇ ਦਿੱਕਤਾਂ ਨੂੰ ਵੀ ਨਾਲ ਸੂਚੀਬੱਧ ਕਰਦੇ ਜਾਵੋ ਤਾਂ ਜੋ ਤੁਸੀਂ ਉਹਨਾਂ ਨੂੰ ਦੂਰ ਕਰਨ ਸੰਬੰਧੀ ਵਿਸ਼ਲੇਸ਼ਣ ਕਰ ਸਕੋ। ਇਹ ਅਤੀ ਜ਼ਰੂਰੀ ਹੈ ਕਿ ਆਪਣੇ ਉੱਪਰ ਪਏ ਸਾਰੇ ਨਕਾਰਾਤਮਕ ਪ੍ਰਭਾਵਾਂ ਨੂੰ ਦੂਰ ਭਜਾ ਦੇਵੋ। ਤੁਹਾਡਾ ਮਨ ਸਿਰਫ ਤੇ ਸਿਰਫ ਆਸ਼ਾਵਾਦ ਦੇ ਰਥ ਵਿੱਚ ਹੀ ਟਪੂਸੀਆਂ ਲਾਉਣ ਵਾਲਾ ਹੋਣਾ ਚਾਹੀਦਾ ਹੈ। ਇਹ ਦੇਖਣ ਅਤੇ ਸੋਚਣ ਦਾ ਹੀ ਨਜ਼ਰੀਆ ਹੁੰਦਾ ਹੈ ਕਿ ਇੱਕ ਵਿਅਕਤੀ ਦੀ ਨਿਗਾਹ ਗੰਦਗੀ ਅਤੇ ਗਾਰੇ ਵੱਲ ਜਾਂਦੀ ਹੈ ਅਤੇ ਦੂਜਾ ਵਿਅਕਤੀ ਤਾਰਿਆਂ ਦੀ ਸੰਗਤ ਵਿੱਚ ਆਨੰਦ ਮਾਣਦਾ ਹੈ। ਨਾ ਪੱਖੀ ਵਿਚਾਰਾਂ ਨੂੰ ਦਬਾਓ ਨਹੀਂ, ਬਲਕਿ ਉਹਨਾਂ ਨੂੰ ਯਥਾਰਥਵਾਦੀ ਦਿਸ਼ਾਵਾਂ ਵੱਲ ਮੋੜੋ। ਹਾਰਨ ਵਾਲੇ ਲੋਕਾਂ ਦੇ ਵਿਚਾਰ ਸੁਣੋ ਅਤੇ ਫਿਰ ਉਹਨਾਂ ਨਾਲ ਵਾਦ ਵਿਵਾਦ ਕਰੋ। ਨਿਰਾਸ਼ਾ ਤੋਂ ਬਾਅਦ ਕੁਝ ਨਾ ਕੁਝ ਆਨੰਦਮਈ ਕਰੋ। ਸਮੱਸਿਆਵਾਂ ਬਾਰੇ ਹਾਂ ਪੱਖੀ ਮਨ ਨਾਲ ਸੋਚਣ ਨਾਲ ਵਧੇਰੇ ਹੱਲ ਆਉਂਦੇ ਹਨ। ਉਹਨਾਂ ਦਾ ਸ਼ਿਕਾਰ ਬਣਨ ਤੋਂ ਇਨਕਾਰ ਕਰ ਦੇਵੋ। ਪ੍ਰਸਿੱਧ ਮਨੋਵਿਗਿਆਨੀ ਸਲਿਗਮਨ ਦੇ ਵਿਚਾਰ ਅਨੁਸਾਰ ਸ਼ਿਕਾਰ ਬਣਨਾ ਤੁਹਾਨੂੰ ਲਾਚਾਰ ਅਤੇ ਬੇਬਸ ਬਣਾ ਦਿੰਦਾ ਹੈ। ਹਾਰਾਂ ਅਤੇ ਧੱਕਿਆਂ ਨੂੰ ਅਸਥਾਈ ਮੰਨੋ। ਨਿਰਾਸ਼ਾਵਾਦੀ ਲੋਕ ਨਾ ਪੱਖੀ ਘਟਨਾਵਾਂ ਨੂੰ ਆਪਣੇ ਅੰਦਰ ਵਸਾ ਲੈਂਦੇ ਹਨ। ਉਹ ਇਹ ਸੋਚਦੇ ਨੇ ਕਿ ਇਹ ਬਹੁਤ ਲੰਮਾ ਸਮਾਂ ਚੱਲਣਗੀਆਂ ਅਤੇ ਉਹ ਬਾਕੀ ਸਭ ਕੁਝ ਅਣਗੌਲਿਆ ਕਰ ਦਿੰਦੇ ਹਨ। ਉਹਨਾਂ ਦਾ ਵਿਵਹਾਰ ਉਹਨਾਂ ਨੂੰ ਉਦਾਸੀ ਵਿੱਚ ਡੋਬ ਦਿੰਦਾ ਹੈ। ਉਹ ਜੀਵਨ ਵਿੱਚ ਸਭ ਕੁਝ ਹਾਰ ਚੁੱਕਿਆ ਮੰਨਦੇ ਹਨ। ਉਹਨਾਂ ਨੂੰ ਜ਼ਿੰਦਗੀ ਦੇ ਅਰਥ ਸਿਰਫ ਮਾਯੂਸੀ ਹੀ ਲੱਗਦੇ ਹਨ। ਦੂਜੇ ਪਾਸੇ ਆਸ਼ਾਵਾਦ ਇਹ ਵਿਸ਼ਵਾਸ ਕਰਦਾ ਹੈ ਕਿ ਹਾਰ ਇੱਕ ਅਸਥਾਈ ਧੱਕਾ ਹੈ ਜਾਂ ਇਹ ਇੱਕ ਚੁਣੌਤੀ ਹੈ। ਆਸ਼ਾਵਾਦੀ ਲੋਕ ਹਾਰ ਨੂੰ ਆਪਣੀ ਜਿੱਤ ਦਾ ਕਾਰਨ ਬਣਾਉਂਦੇ ਹਨ। ਆਸ਼ਾਵਾਦੀ ਵਿਅਕਤੀ ਦੀ ਦੁਨੀਆ ਰੰਗਲੀ ਹੁੰਦੀ ਹੈ। ਉਸ ਨੂੰ ਸਭ ਕੁਝ ਹਰਾ ਭਰਾ ਨਜ਼ਰ ਆਉਂਦਾ ਹੈ। ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਉਹ ਦਿੱਕਤਾਂ ਅਤੇ ਦੁਸ਼ਵਾਰੀਆਂ ਅੱਗੇ ਗੋਡੇ ਟੇਕ ਕੇ ਨਹੀਂ ਬੈਠਦਾ, ਬਲਕਿ ਉਹਨਾਂ ਨੂੰ ਆਪਣੇ ਵਿਕਾਸ ਦਾ ਮਾਰਗ ਮੰਨਦਾ ਹੈ। ਉਸ ਦੀ ਸੋਚ ਸੋਨੇ ਵਰਗੀ ਹੁੰਦੀ ਹੈ, ਜਿਹੜਾ ਕੋਠਾਲੀ ਵਿੱਚ ਜਿੰਨਾ ਵਧੇਰੇ ਢਲਦਾ ਹੈ ਓਨਾ ਹੀ ਵਧੇਰੇ ਸ਼ੁੱਧ ਹੁੰਦਾ ਹੈ। ਉਹ ਸ਼ਾਹਬਾਜ਼ ਹੁੰਦਾ ਹੈ। ਉਹ ਜੋ ਉਤਾਂਹ ਨੂੰ ਜਾਂਦਾ ਹੈ ਤਾਂ ਉਸ ਨੂੰ ਨੀਚੇ ਆਉਣ ਦੀ ਵੀ ਸਮਝ ਹੁੰਦੀ ਹੈ ਅਤੇ ਨੀਚੇ ਆਉਣ ਦਾ ਡਰ ਜਾਂ ਭੈ ਉਸ ਦੇ ਮਨ ਵਿੱਚ ਨਹੀਂ ਹੁੰਦਾ। ਆਸ਼ਾਵਾਦੀ ਵਿਅਕਤੀ ਨੂੰ ਖਤਮ ਤਾਂ ਕੀਤਾ ਜਾ ਸਕਦਾ ਹੈ, ਪਰ ਉਸ ਨੂੰ ਹਰਾਇਆ ਨਹੀਂ ਜਾ ਸਕਦਾ। ਇੱਥੇ ਮੈਂ ਨੋਬਲ ਪੁਰਸਕਾਰ ਜੇਤੂ ਅਰਨੈਸਟ ਹੈਮਿੰਗਵੇ ਦੀ ਪ੍ਰਸਿੱਧ ਰਚਨਾ ਬੁੱਢਾ ਆਦਮੀ ਅਤੇ ਸਮੁੰਦਰ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਾਂਗਾ। ਅਨੇਕਾਂ ਤੂਫਾਨ ਵੀ ਉਸ ਬੁੱਢੇ ਵਿਅਕਤੀ ਦੇ ਦ੍ਰਿੜ ਇਰਾਦੇ ਨੂੰ ਹਿਲਾ ਨਹੀਂ ਸਕੇ। ਮੈਂ ਇਹ ਵੀ ਸਿਫਾਰਿਸ਼ ਕਰਦਾ ਹਾਂ ਕਿ ਸਰੋਤੇ ਇਸ ਪੁਸਤਕ ਨੂੰ ਜ਼ਰੂਰ ਪੜ੍ਹਨ।
ਇਹ ਕਿਹਾ ਜਾਂਦਾ ਹੈ ਕਿ ਨਿੱਕੀਆਂ ਨਿੱਕੀਆਂ ਉਲਝਣਾਂ ਤੇ ਮਸਲਿਆਂ ਵਿੱਚ ਉਲਝਣ ਵਾਲਾ ਵਿਅਕਤੀ ਆਪਣੀ ਸ਼ਕਤੀ ਨੂੰ ਇਹਨਾਂ ਵਿੱਚ ਹੀ ਗਵਾ ਲੈਂਦਾ ਹੈ ਅਤੇ ਜਦੋਂ ਕੋਈ ਵੱਡਾ ਮੌਕਾ ਸਾਹਮਣੇ ਆਉਂਦਾ ਹੈ ਤਾਂ ਉਹ ਅੰਦਰੋਂ ਖਾਲੀ ਹੋਇਆ ਪਿਆ ਹੁੰਦਾ ਹੈ। ਇਸ ਦਾ ਭਾਵ ਇਹ ਕਦਾਚਿਤ ਨਹੀਂ ਕਿ ਛੋਟੀਆਂ ਪ੍ਰਾਪਤੀਆਂ ਦੀ ਜੀਵਨ ਵਿੱਚ ਕੋਈ ਅਹਿਮੀਅਤ ਨਹੀਂ ਹੁੰਦੀ, ਪਰੰਤੂ ਛੋਟੀਆਂ-ਛੋਟੀਆਂ ਪ੍ਰਾਪਤੀਆਂ ਉੱਪਰ ਖੁਸ਼ ਅਤੇ ਸੰਤੁਸ਼ਟ ਹੋ ਕੇ ਬਹਿ ਜਾਣ ਵਾਲਾ ਵਿਅਕਤੀ ਕੋਈ ਬੂੰਦ ਜਾਂ ਮੋਤੀ ਤਾਂ ਬਣ ਸਕਦਾ ਹੈ, ਪਰ ਸ਼ੂਕ ਦਾ ਦਰਿਆ ਨਹੀਂ। ਅਤੇ ਜਦੋਂ ਸੁਭਾਅ ਅਤੇ ਸੋਚ ਦਰਿਆ ਵਰਗੀ ਬਣ ਜਾਂਦੀ ਆ ਤਾਂ ਫਿਰ ਉਸ ਲਈ ਰਸਤੇ ਤਾਂ ਆਪਣੇ ਆਪ ਹੀ ਬਣਦੇ ਨੇ। ਯਾਦ ਰੱਖੋ, ਜੁਗਨੂ ਨੂੰ ਫੜ ਕੇ ਖੁਸ਼ੀਆਂ ਦੀਆਂ ਤਾਰੀਆਂ ਲਾਉਣ ਵਾਲਾ ਵਿਅਕਤੀ ਸੂਰਜ ਨੂੰ ਕਲਾਵੇ ਵਿੱਚ ਲੈਣ ਦੇ ਨਿੱਘ ਤੋਂ ਵਾਂਝਾ ਰਹਿ ਜਾਂਦਾ ਹੈ। ਜੋ ਕੁਝ ਤੁਸੀਂ ਸੋਚਦੇ ਹੋ ਉਹ ਕੁਝ ਹੀ ਤੁਸੀਂ ਬਣਦੇ ਹੋ। ਜਿਹੜੇ ਲੋਕ ਵੱਡੇ ਸੁਪਨੇ ਲੈਂਦੇ ਨੇ ਉਹਨਾਂ ਲਈ ਉਹ ਜੀਵਨ ਯਥਾਰਥ ਬਣ ਜਾਂਦਾ ਹੈ। ਤੁਹਾਡੀ ਔਕਾਤ ਦਾ ਤੁਹਾਡੇ ਅਰਮਾਨਾਂ ਨਾਲ ਸਿੱਧਾ ਸੰਬੰਧ ਹੁੰਦਾ ਹੈ। ਮੇਰਾ ਇੱਕ ਸ਼ੇਅਰ ਹੈ, ਸਦਾ ਹੀ ਉੱਚੀਆਂ ਰੱਖੀਆਂ ਰੀਝਾਂ, ਸਦਾ ਹੀ ਉੱਚੇ ਸੁਪਨੇ, ਬਣ ਜਾਂਦੀ ਔਕਾਤ ਉਹੀ ਹੈ, ਹੁੰਦੇ ਜੋ ਅਰਮਾਨ। ਤੇ ਫਿਰ ਤੁਸੀਂ ਕਿਉਂ ਨਿਰਾਸ਼ਾ ਵਿੱਚ ਡੁੱਬੇ ਹੋਏ ਹੋ? ਤੁਹਾਨੂੰ ਕਿਹੜੀ ਗੱਲ ਦਾ ਝੋਰਾ ਹੈ? ਅਜਿਹਾ ਕੀ ਹੋ ਗਿਆ ਹੈ ਕਿ ਤੁਸੀਂ ਜੀਵਨ ਨੂੰ ਹੀ ਅਰਥਹੀਨ ਸਮਝਣ ਲੱਗ ਪਏ? ਇਸ ਤਰ੍ਹਾਂ ਦਿਲ ਕਿਉਂ ਛੱਡੀ ਬੈਠੇ ਹੋ? ਜੀਵਨ ਦਾ ਤਾਂ ਆਨੰਦ ਇਸੇ ਗੱਲ ਵਿੱਚ ਹੈ ਕਿ ਮੁਸ਼ਕਲਾਂ ਤੇ ਔਕੜਾਂ ਨਾਲ ਸਿੱਝਿਆ ਜਾਵੇ। ਪਰਬਤਾਂ ਨੂੰ ਚੀਰ ਕੇ ਪ੍ਰਾਪਤ ਕੀਤੀ ਸਫਲਤਾ ਚਿਰ ਸਥਾਈ ਹੁੰਦੀ ਹੈ। ਇਸ ਦੀ ਮਿਠਾਸ ਮਿਸ਼ਰੀ ਤੋਂ ਵੀ ਉੱਤੇ ਹੁੰਦੀ ਹੈ। ਕੀ ਸੋਚਦੇ ਪਏ ਹੋ? ਉੱਠੋ ਅਤੇ ਡਟ ਜਾਵੋ ਜੀਵਨ ਦੀਆਂ ਰਾਹਾਂ ਨਾਲ ਸੰਘਰਸ਼ ਦੇ ਰਾਹ ਤੇ। ਮਾਰੋ ਉੱਚੀ ਉਡਾਰੀ ਤੇ ਬਣ ਜਾਵੋ ਸ਼ਾਹਬਾਜ਼। ਖਿਲਾਰ ਲਵੋ ਆਪਣੇ ਖੰਭ ਖੁੱਲੀਆਂ ਮਸਤ ਹਵਾਵਾਂ ਵਿੱਚ। ਸਫਲਤਾ ਤੁਹਾਡਾ ਇੰਤਜ਼ਾਰ ਕਰ ਰਹੀ ਹੈ। ਜਿੱਤ ਤੁਹਾਡੀਆਂ ਬਰੂਹਾਂ ਤੇ ਤੇਲ ਚੋਣ ਲਈ ਲਾਲ ਗਰਾਰਾ ਪਾਈ ਬੜੀਆਂ ਰੀਝਾਂ, ਨੀਝਾਂ ਅਤੇ ਚਾਵਾਂ ਮਲਾਰਾਂ ਨਾਲ ਤੁਹਾਡੀ ਰਾਹ ਤੱਕ ਰਹੀ ਹੈ। ਪ੍ਰਾਪਤੀਆਂ ਤੁਹਾਡੇ ਬੂਹੇ ਤੇ ਦਸਤਕ ਦੇਣ ਦੀ ਕਾਹਲ ਵਿੱਚ ਹਨ। ਯਕੀਨ ਨਹੀਂ ਆ ਰਿਹਾ? ਬਾਹਰ ਨਿਕਲੋ, ਦੇਖੋ, ਹੈ ਨਾ ਸਭ ਕੁਝ ਖੂਬਸੂਰਤ, ਮਨਮੋਹਣਾ ਤੇ ਮਿੱਠਾ ਮਿੱਠਾ, ਸ਼ੀਰੀ ਵਰਗਾ, ਸੋਹਣੀ ਵਰਗਾ ਤੇ ਲੈਲਾ ਵਰਗਾ। ਬਣ ਜਾਵੋ ਅਜਿਹੇ ਆਸ਼ਾਵਾਦੀ ਤੇ ਹਾਂ ਪੱਖੀ ਨਜ਼ਰੀਏ ਦੇ ਮਾਲਕ। ਦੜਾ ਲਵੋ ਆਪਣੀ ਸੋਚ ਦੇ ਘੋੜੇ ਉੱਚੇ ਤੇ ਹੋਰ ਉੱਚੇ, ਕਿਉਂਕਿ ਜੋ ਨੀਵੇਂ ਉੱਡਦੇ ਨੇ ਉਹ ਸ਼ਾਹਬਾਜ਼ ਨਹੀਂ ਹੁੰਦੇ ਤੇ ਜੀਵਨ ਦਾ ਅਸਲੀ ਆਨੰਦ ਸ਼ਾਹਬਾਜ਼ ਹੀ ਲੈਂਦੇ ਨੇ। ਨਿਰਸੰਦੇਹ ਤੁਸੀਂ ਵੀ ਸ਼ਾਹਬਾਜ਼ ਬਣਨ ਦੀ ਸਮਰੱਥਾ ਰੱਖਦੇ ਹੋ ਅਤੇ ਜੋ ਚਾਹੁੰਦੇ ਹੋ ਉਹ ਪਾ ਸਕਦੇ ਹੋ। ਮਰਜ਼ੀ ਤੁਹਾਡੀ ਹੈ ਕਿ ਤੁਸੀਂ ਢੇਰੀ ਢਾਹ ਕੇ ਹੀ ਬੈਠੇ ਰਹਿਣਾ ਹੈ ਜਾਂ ਫਿਰ ਸ਼ਾਹਬਾਜ਼ ਅਤੇ ਜੀਵਨ ਦੇ ਜੇਤੂ ਬਣ ਕੇ ਮਨ ਚਾਹੀਆਂ ਪ੍ਰਾਪਤੀਆਂ ਕਰਨੀਆਂ ਹਨ ਅਤੇ ਜੀਵਨ ਦਾ ਪੂਰਾ ਲੁਤਫ ਲੈਣਾ ਹੈ। ਮੈਂ ਮੇਰੇ ਸਾਰੇ ਹੀ ਨੌਜਵਾਨ ਵਿਦਿਆਰਥੀਆਂ ਨੂੰ ਇਹ ਗੁਜ਼ਾਰਿਸ਼ ਕਰਦਾ ਹਾਂ, ਇਹ ਅਪੀਲ ਕਰਦਾ ਹਾਂ ਕਿ ਇਸੇ ਤਰ੍ਹਾਂ ਚੜ੍ਹਦੀ ਕਲਾ ਵਾਲਾ ਨਜ਼ਰੀਆ ਰੱਖੋ। ਜ਼ਿੰਦਗੀ ਦੇ ਵਿੱਚ ਆਸ਼ਾਵਾਦੀ ਬਣੋ। ਕੋਈ ਅਜਿਹੀ ਪ੍ਰਾਪਤੀ ਨਹੀਂ ਜਿਹੜੀ ਤੁਸੀਂ ਨਹੀਂ ਕਰ ਸਕਦੇ। ਮੇਰੀ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਮੇਰੇ ਦੇਸ਼ ਦੇ, ਮੇਰੇ ਸਮਾਜ ਦੇ ਇਹ ਸਾਰੇ ਨੌਜਵਾਨ ਜ਼ਿੰਦਗੀ ਵਿੱਚ ਬੁਲੰਦੀਆਂ ਨੂੰ ਛੂਹਣ। ਬਹੁਤ ਬਹੁਤ ਧੰਨਵਾਦ।